السلام علیکم ناظرین، اسپیشل ٹی وی کے پروگرام دستک کے ساتھ میں ہوں آپ کا میزبان محمد معاویہ۔ ناظرین، آج ہم نے اپنے اسٹوڈیو میں دو شخصیات کو دعوت دی ہے۔ ایک پنجابی کے مشہور و معروف شاعر ہیں جناب یوسف یار صاحب، اور دوسرے ہمارے مہمان ہیں محمد عرفان یوسف، جو معروف نعت خواں ہیں اور بڑے خوبصورت لہجے میں یہ ہدیہ عقیدت پیش کرتے ہیں۔ تو ہم اپنے دونوں مہمانوں کو اپنے اسٹوڈیو میں خوش آمدید کہتے ہیں۔ تھینک یو۔ اچھا عرفان صاحب، ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਤੁਸੀਂ ਚੂੰਕਿ ਪੰਜਾਬੀ ਦੇ ਸ਼ਾਇਰ ਹੋ, ਜੀ ਜੀ। ਤੇ ਇਹ ਦੱਸੋ ਕਿ ਤੁਹਾਨੂੰ ਸ਼ੌਕ ਕਿੰਜ ਪੈਦਾ ਹੋਇਆ ਸ਼ਾਇਰੀ ਦਾ? ਸ਼ਾਇਰੀ ਜੀ ਮੇਰਾ ਨਾ ਵਿਰਸਾ ਹੈ। ਦਾਦਾ ਜੀ ਸ਼ਾਇਰ ਸਨ ਅੱਛਾ। ਔਰ ਅੱਬਾ ਜੀ ਸ਼ਾਇਰ ਸਨ। ਵੈਸੇ ਸਾਡਾ ਜ਼ਿਮੀਂਦਾਰ ਘਰਾਣੇ ਨਾਲ ਤਾਲੁਕ ਹੈ, ਤੇ ਉਸ ਤੋਂ ਬਾਅਦ ਮੈਨੂੰ ਸ਼ੌਕ ਗਾਣ ਦਾ ਲੱਗ ਗਿਆ। ਤੇ ਉਹ ਫਿਰ ਨਾ ਮੈਂ ਘਰੋਂ ਨਿਕਲ ਗਿਆ। ਵਾਲਦ ਸਾਹਿਬ ਬੜੇ ਨਾਰਾਜ਼ ਹੁੰਦੇ ਸੀ, ਇਹ ਸਾਡਾ ਕੋਈ ਕੰਮ ਨਹੀਂ ਹੈ, ਅਗਰ ਤੂੰ ਲਿਖਣਾ ਚਾਹੁੰਦਾ ਹੈ ਤੇ ਉਹ ਤੂੰ ਨਾਤਾਂ ਲਿਖ, ਕੁਝ ਹੋਰ ਕਲਾਮ ਲਿਖ, ਕੋਈ ਕਿਤਾਬਾਂ ਲਿਖ। ਤੇ ਉਹ ਮੈਂ ਉਸ ਦੀ ਵਜ੍ਹਾ ਤੋਂ ਕਿਤਾਬਾਂ ਵੀ ਲਿਖੀਆਂ, ਫਿਰ ਗਾਣਿਆਂ ਵੱਲ ਜ਼ਰਾ ਰੁਝਾਨ ਹੋ ਗਿਆ ਤੇ ਮੈਨੂੰ ਇੰਨਾ ਸ਼ੌਕ ਲੱਗ ਗਿਆ ਮੌਸੀਕੀ ਦਾ ਬਾਅਦ ਵਿੱਚ। ਤੇ ਉਹ ਮੇਰੀ ਵਾਲਦਾ ਬੜੀ ਮਿਹਰਬਾਨ ਸਨ ਮੇਰੇ ਤੇ, ਅੱਲਾਹ ਤਾਲਾ ਜੰਨਤ ਫਿਰਦੌਸ ਜਗ੍ਹਾ ਅਤਾ ਫਰਮਾਏ। ਮੈਂ ਚੋਰੀ ਚੋਰੀ ਉਹਨਾਂ ਦੇ ਪੈਰਾਂ ਤੇ ਹੱਥ ਲਾ ਕੇ ਮੈਂ ਕਿਹਾ, ਅੰਮੀ ਜੀ ਅੱਬੂ ਜੀ ਬੜੇ ਸਖਤ ਨੇ, ਨਾਰਾਜ਼ ਹੁੰਦੇ ਨੇ, ਤੇ ਤੁਸੀਂ ਮੈਨੂੰ ਇਜਾਜ਼ਤ ਦਿਓ। ਉਹਨਾਂ ਨੇ ਫਿਰ ਕਿਹਾ ਕੋਈ ਨਹੀਂ ਬੇਟਾ, ਅੱਲਾ ਮਾਲਿਕ ਹੈ, ਤੂੰ ਆਪਣਾ ਸ਼ੌਕ ਪੂਰਾ ਕਰ ਲੈ। ਉਸ ਤੋਂ ਬਾਅਦ ਫਿਰ ਮੈਂ ਥੀਏਟਰੀਕਲ ਐਂਡ ਮੇਲੇ ਮੰਡੀਆਂ ਤੇ ਥੀਏਟਰ ਲੱਗਦੇ ਨੇ, ਆਲਮ ਲੋਹਾਰ, ਨੈਸਨ ਪੱਟੀ। ਆਲਮ ਲੋਹਾਰ ਦੀ ਵਫਾਤ ਤੋਂ ਬਾਅਦ ਆਰਫ ਲੋਹਾਰ ਜਿਹੜਾ ਨਾ, ਜਦੋਂ ਥੀਏਟਰੀਕਲ ਲਾਈਨ ਚ ਗਿਆ ਹੈ ਨਾ, ਤੇ ਉਸ ਵਕਤ ਉਸ ਦੇ ਨਾਲ ਮੈਂ ਸਾਂ। ਤੇ ਸਭ ਤੋਂ ਪਹਿਲੇ ਉਹ ਫਿਰ ਮੈਂ ਉਹਨਾਂ ਨੂੰ ਲਿਖ ਕੇ ਦਿੰਦਾ ਸਾਂ ਕਲਾਮ, ਤੇ ਉਹ ਗਾਉਂਦੇ ਸੀ ਚਿਮਟੇ ਜੋੜੀ ਨਾਲ। ਉਸ ਵੇਲੇ ਮੇਰੇ ਨਾਲ ਆਪਣਾ ਫਜ਼ਲ ਕਰੀਮ ਕਸਾਈ ਹੁੰਦਾ ਸੀ, ਜਿਹੜਾ ਆਲਮ ਲੋਹਾਰ ਦੇ ਨਾਲ ਜੋੜੀ ਵਜਾਉਂਦਾ ਹੁੰਦਾ ਸੀ, ਉਹ ਵੀ ਮੇਰੇ ਨਾਲ ਰਿਹਾ। ਉਹਦੇ ਮਿਊਜ਼ੀਸ਼ੀਅਨ ਸਾਰੇ ਸਨ। ਉਹ ਇੱਕ ਮੈਂ ਲਿਖਿਆ ਸੀ ਹਜ਼ੂਰ ਨਬੀ ਕਰੀਮ ਸੱਲਮ ਦਾ ਮੌਜਜ਼ਾ। ਇੱਕ ਯਹੂਦੀ ਅੰਨਾ ਜਿਹਾ ਸ਼ਹਿਰ ਮੱਕੇ ਵਿੱਚ ਰਹਿੰਦਾ, ਮੇਰੇ ਪਾਕ ਮੁਹੰਮਦ ਸਰਵਰ ਨੂੰ ਉਹ ਜਾਦੂਗਰ ਸੀ ਕਹਿੰਦਾ। ਉਹ ਜੋੜੀ ਦੇ ਨਾਲ ਨਾ ਬੜਾ ਸਜਦਾ ਸੀ, ਆਰਫ ਲੋਹਾਰ ਗਾਉਂਦਾ ਹੁੰਦਾ ਸੀ। ਉਸ ਤੋਂ ਬਾਅਦ ਉਹ ਇੱਕ ਹਰਨੀ ਦਾ ਉਸ ਵੇਲੇ ਬੜਾ ਮਾਹੌਲ ਚੱਲਦਾ ਹੁੰਦਾ ਸੀ। ਆਲਮ ਲੋਹਾਰ ਵੀ ਹਰਨੀ ਗਾਈ ਹੈ, ਲੇਕਿਨ ਆਰਫ ਲੋਹਾਰ ਨੇ ਜਿਹੜੀ ਗਾਈ ਉਹ ਸਾਰੀ ਮੇਰੀ ਲਿਖੀ ਹੈ। ਇੱਕ ਹੋਰ ਸੀ, ਇੱਕ ਤੋਤਾ, ਤੇ ਤੇਰਾ ਪਿੰਜਰਾ ਜ਼ਿੰਗਾਰ ਨੇ ਖਾਣਾ, ਜਦੋਂ ਮੀਏ ਮਿੱਠੂ ਉੱਡ ਜਾਣਾ, ਤੇਰਾ ਵਿੱਚ ਸੁੱਕ ਜਾਣਾ ਪਾਣੀ ਦਾਣਾ, ਜਦੋਂ ਮੀਏ ਮਿੱਠੂ ਉੱਡ ਜਾਣਾ। ਉਹ ਵੀ ਬੜਾ ਚਾਰਫ ਨੇ। ਇੱਕ ਹੋਰ ਮੈਨੂੰ ਗਾਣਾ ਲਿਖ ਕੇ ਦਿੱਤਾ ਸੀ, ਇਹਨੂੰ ਫਿਲਮਾਂ ਦੀ ਬੜੀ ਆਫਰ ਸੀ, ਨਵਾਂ ਨਵਾਂ ਮੁੰਡਾ ਉੱਠਿਆ ਸੀ ਕਿ ਆਲਮ ਲੋਹਾਰ ਦਾ ਪੁੱਤਰ ਹੈ। ਉਸ ਵਕਤ ਮੈਂ ਲਿਖਿਆ ਸੀ ਕਿ ਆਈ ਲਵ ਯੂ ਕਹਿ ਗਈ ਏ, ਦਿਲ ਇੱਕ ਗੋਰੀ ਲੈ ਗਈ ਏ। ਉਹ ਸੁਲਤਾਨ ਰਾਏ ਦੀ ਫਿਲਮ ਦੇ ਵਿੱਚ ਇਹਦੇ ਤੇ ਆਰਫ ਲੋਹਾਰ ਤੇ ਪਿਕਚਰਾਈਜ਼ ਹੋਇਆ ਸੀ। ਚਿਮਟੇ ਨਾਲ ਗਾ ਰਿਹਾ, ਇੱਕ ਲੜਕੀ ਆਉਂਦੀ ਕਹਿੰਦੀ ਜੀ ਆਈ ਲਵ ਯੂ। ਇਹ ਫਿਰ ਸਾਜ਼ ਵੱਜਦਾ, ਉਸ ਤੋਂ ਬਾਅਦ ਕਹਿੰਦਾ ਆਈ ਲਵ ਯੂ ਕਹਿ ਗਈ ਏ, ਦਿਲ ਇੱਕ ਗੋਰੀ ਲੈ ਗਈ ਏ। ਬੜਾ ਮਸ਼ਹੂਰ ਹੋਇਆ ਸੀ। ਤੇ ਅੱਲਾਹ ਤਾਲਾ ਦਾ ਬੜਾ ਅਹਿਸਾਨ ਹੈ। ਉਸ ਤੋਂ ਬਾਅਦ ਕਾਫੀ ਕੁਝ ਲਿਖਿਆ ਹੈ। ਤੇ ਅੱਜ ਕੱਲ ਮੇਰੀ ਇੱਕ ਫਿਲਮ ਲੱਗ ਰਹੀ ਹੈ ਇਸ ਈਦ ਤੇ, ਆ 2 4 5 7 ਰੋਜ਼ਿਆਂ ਤੋਂ ਬਾਅਦ, ਉਹ ਕੈਪੀਟਲ ਸਿਨੇਮਾ ਜਾਂ ਕਿਹੜਾ ਲਾਹੌਰ ਦੇ ਵਿੱਚ, ਉਹਦਾ ਮੇਨ ਗਾਣਾ ਜਿਹੜਾ ਹੈ ਉਹ ਮੇਰਾ ਟਾਈਟਲ ਆਇਆ ਜੀ ਨਗਮਾ ਨਿਗਾਰ ਯੂਸਫ ਯਾਰ। ਉਹਦੇ ਬੋਲ ਨੇ ਕਿ 15 ਤੇ ਚੱਲ ਗਈ ਕਾਲ, ਗੁਜਰਦਾ ਖੜਾਕ ਸੁਣ ਕੇ। ਤਾਂ ਬੜਾ ਮਸ਼ਹੂਰ ਹੋਇਆ ਹੈ। ਹੁਣ ਜਾਈਏ ਤੇ ਵੱਡੇ ਵੱਡੇ ਹਦਾਇਤਕਾਰ ਡਾਇਰੈਕਟਰ ਜਿਹੜੇ ਨੂੰ ਉੱਠ ਕੇ ਮਿਲਦੇ ਜੀ, ਯੂਸਫ ਯਾਰ ਸਾਹਿਬ ਆ ਗਏ। ਤਾਫੂ, ਅੱਲਾਹ ਤਾਲਾ ਤੰਦਰੁਸਤੀ ਅਤਾ ਫਰਮਾਏ, ਬਹੁਤ ਪੁਰਾਣਾ ਮੌਸੀਕਾਰ ਹੈ ਜੀ। ਔਰ ਮਸੂਦ ਭੱਟ ਸਾਹਿਬ ਨੇ, ਰਾਣਾ ਇਲਿਆਸ ਸਾਹਿਬ ਨੇ, ਜਿਹੜੇ ਹਦਾਇਤਕਾਰ ਨੇ, ਡਾਇਰੈਕਟਰ ਨੇ, ਉਹਨਾਂ ਨੇ ਬੜਾ ਪਸੰਦ ਕੀਤਾ ਔਰ ਉਹਨਾਂ ਦੀ ਬੜੀ ਮਿਹਰਬਾਨੀ। ਤਾਹਿਰ ਪੱਪੂ ਸਾਹਿਬ ਗੁਜਰ ਦੀ ਫਿਲਮ ਹੈ, ਔਰ ਅੱਲਾਹ ਤਾਲਾ ਦਾ ਬੜਾ ਅਹਿਸਾਨ ਹੈ ਜੀ। ਹੋਰ ਇੱਕ ਫਿਲਮ ਬਣ ਰਹੀ ਹੈ। ਅੱਛਾ ਯੂਸਫ ਸਾਹਿਬ, ਤੁਸੀਂ ਇਹ ਦੱਸੋ ਕਿ ਮਤਲਬ ਤੁਸੀਂ ਤੇ ਆਪਣਾ ਹੁਣ ਜਿਹੜਾ ਪੀਕ ਟਾਈਮ ਹੈ ਨਾ ਜੀ, ਜਿਵੇਂ ਤੁਹਾਡੀ ਫਿਲਮਾਂ ਵੀ ਹੋ ਰਹੀਆਂ ਨੇ, ਕਾਸਟ ਤੇ ਬਾਕੀ ਵੀ ਮਾਮਲਾਤ ਚੱਲਦੇ ਪਏ ਨੇ, ਤੁਸੀਂ ਤੇ ਉੱਥੋਂ ਤੱਕ ਪਹੁੰਚ ਗਏ ਨਾ। ਜੀ ਜੀ। ਸਾਡੇ ਜਿਹੜੇ ਨਾਜ਼ਰੀਨ ਨੇ ਉਹ ਇਹ ਜਾਨਣਾ ਚਾਹਣਗੇ ਕਿ ਤੁਹਾਨੂੰ ਜਿਹੜੇ ਆਗਾਜ਼ 'ਚ ਜਦੋਂ ਮਸਾਇਲ ਪੇਸ਼ ਆਏ ਨਾ, ਜੀ ਜੀ, ਉੱਥੋਂ ਤੁਸੀਂ ਕਿਵੇਂ, ਤੁਹਾਡਾ ਸ਼ੌਕ ਫਿਰ ਅੱਗੇ ਵਧਿਆ ਔਰ ਤੁਸੀਂ ਪੋਲਿਸ਼ ਕਿੰਜ ਹੋਏ? ਉਹ ਜੀ ਐਸੀ ਕਿ ਮੈਂ ਪਹਿਲੇ ਅਰਜ਼ ਕੀਤੀ ਕਿ ਅੱਬਾ ਜੀ ਦਾ ਤੁਸੀਂ ਦੱਸਿਆ ਨਹੀਂ ਸੀ ਮੰਨਦੇ ਜੀ, ਉਹ ਨਹੀਂ ਸੀ ਮੰਨਦੇ, ਲੇਕਿਨ ਇਸ ਦੇ ਬਾਵਜੂਦ ਤੁਸੀਂ ਐਡੇ ਵੱਡੇ ਸ਼ਾਇਰ ਵੀ ਬਣ ਗਏ। ਜਿਹੜਾ ਸਫ਼ਰ ਜਿਹੜਾ ਤੁਸੀਂ ਤੈਅ ਕੀਤਾ, ਉਹ ਪਿੰਡਾਂ ਜਿੰਨ ਤੁਸੀਂ ਕੱਟਿਆ ਨਾ, ਉਹ ਦੱਸੋ। ਉਹ ਜੀ ਬੜਾ ਮਸਲਾ ਸੀ। ਮੈਂ ਨਾ ਘਰੋਂ ਨਾ ਇੱਕ ਬਹਾਨਾ ਮੇਰਾ ਬਣ ਗਿਆ। ਉਸ ਵਕਤ ਕੋਹਿਨੂਰ ਟੈਕਸਟਾਈਲ ਮਿਲ ਫੈਸਲਾਬਾਦ ਚੱਲਦੀ ਹੁੰਦੀ ਸੀ, ਬੜੇ ਅਰੂਜ ਤੇ ਸੀ।
ਤੇ ਉੱਥੇ ਕੁਝ ਮੇਰੇ ਦੋਸਤ ਸਨ, ਕੋਈ ਮੇਰੇ ਵੱਡੇ ਭਾਈ ਦੇ ਦੋਸਤ, ਉਹਨਾਂ ਕਿਹਾ ਜੀ ਸਾਡੇ ਮੁੰਡੇ ਨੂੰ ਵੀ ਉੱਥੇ ਕੋਈ ਮਿਲ 'ਚ ਨੌਕਰੀ ਦਿਵਾਓ। ਉਹ ਮੇਰਾ ਬਹਾਨਾ ਬਣ ਗਿਆ ਘਰੋਂ ਨਿਕਲਣ ਦਾ। ਜਦੋਂ ਮੈਂ ਘਰੋਂ ਨਿਕਲਿਆ ਤੇ ਉਸ ਤੋਂ ਬਾਅਦ ਫਿਰ ਸ਼ਾਇਰੀ ਤੋਂ ਪਹਿਲੇ ਹੀ ਐਸੀ ਸਨ 69 'ਚ ਮੈਂ ਸ਼ੁਰੂ ਕਰ ਦਿੱਤੀ ਸੀ। ਤੇ ਉਸ ਵੇਲੇ ਵੋਟ ਹੋ ਰਿਹਾ ਸੀ ਜਾਂਦਿਆਂ, ਉੱਥੇ ਯੂਨੀਅਨਾਂ ਦਾ ਚੱਕਰ ਹੁੰਦਾ ਸੀ। ਤੇ ਉੱਥੇ ਮੈਂ ਲਿਖਿਆ ਜੀ ਉਹਦਾ ਇੰਤਖਾਬੀ ਨਿਸ਼ਾਨ ਸੀ ਹਥੌੜਾ। ਤੇ ਮੈਂ ਲਿਖਿਆ ਕਿ ਹਥੌੜੇ ਦੀ ਸੱਟ, ਇਹ ਉਹਦਾ ਨਾਮ ਸੀ ਕਿਸੇ ਦਾ, ਕਿ ਸੱਟ ਆਣ ਕੇ ਹਥੌੜੇ ਨਾਲ ਮਾਰੀ, ਸਿੱਧੇ ਸਾਰੇ ਕੰਮ ਹੋ ਗਏ। ਤੇ ਉਹ ਬੜਾ ਉਹਨਾਂ ਨੇ ਯੂਨੀਅਨ ਵਾਲਿਆਂ ਨੇ ਮੈਨੂੰ ਚੁੱਕਿਆ ਜੀ, ਯੂਸਫ ਯਾਰ ਸਾਹਿਬ ਨੇ ਇਹਨਾਂ ਜੀ ਕਿੱਸਾ ਲਿਖ ਦਿੱਤਾ ਜੀ, ਬੜੀ ਮਿਹਰਬਾਨੀ ਜੀ। ਫਿਰ ਉਹ ਲਿਖਿਆ। ਉਸ ਤੋਂ ਬਾਅਦ ਇੱਕ ਸੁਚੱਜੀ ਰਨ ਹੁੰਦਾ ਜੀ, ਸੁਚੱਜੀ ਰਨ ਤੋਂ ਮੁਰਾਦ ਹੈ ਕਿ ਜਿਹੜੀ ਬਹੁਤ ਸਿਆਣੀ ਸਮਝਦਾਰ ਜ਼ਨਾਨੀ ਹੋਵੇ, ਉਹਦੇ ਨਾਂ ਤੇ ਇੱਕ ਮਜ਼ਾਹੀਆ ਲਿਖਿਆ ਸੀ ਕਿ ਸੁਚੱਜੀ ਰਨ ਕਿਸੇ ਦਾ ਨਾਂ ਸੀ ਕਿ ਆ ਮੇਰੇ ਕੋਲੋਂ ਪੁੱਛੋ ਨਹੀਂ ਚਾਚਾ ਲਾਂਡੀ ਰੋਟੀ ਦਾ, ਮੈਂ ਦੱਸਾਂ ਖੂਬ ਤੁਹਾਨੂੰ ਨਹੀਂ ਕਿਸ ਤਰ੍ਹਾਂ ਮਿਸਾਲਾ ਘੋਟੀ ਦਾ। ਇਹ ਕਿੱਸਾ ਬਹੁਤ ਚੱਲਿਆ ਸੀ। ਉਸ ਤੋਂ ਬਾਅਦ ਇੱਕ ਹੋਰ ਕਿੱਸਾ ਮੈਂ ਲਿਖਿਆ, ਆ ਲੋਕਾਂ ਨੂੰ ਖਾਰਿਸ਼ ਪੈਂਦੀ ਨਾ ਜਿਸਮ ਤੇ, ਜਿਹਨੂੰ ਖੁਰਕ ਆਖਦੇ ਨੇ ਪੰਜਾਬੀ ਵਿੱਚ, ਉਹਦਾ ਮੈਂ ਲਿਖਿਆ ਸੀ ਕਿ ਕੀ ਕਰੀਏ ਖੁਰਕ ਸਤਾਉਂਦੀ ਏ, ਇਹ ਸਾਰੀ ਰਾਤ ਜਗਾਉਂਦੀ ਏ, ਇਹ ਪਹਿਲ ਹੱਥਾਂ ਦੀ ਕਰਦੀ ਏ, ਵੱਧ ਸਾਰਾ ਜੁੱਸਾ ਫੜਦੀ ਏ, ਮੁੜ ਐਸੀ ਜਾਤ ਤੇ ਵੜਦੀ ਏ, ਹੁਣ ਦੱਸੇ ਆਖ ਸ਼ਰਮਾਂਦੀ ਏ, ਕੀ ਕਰੀਏ ਖੁਰਕ ਸਤਾਉਂਦੀ ਏ। ਇਹ ਲਿਖਿਆ ਸੀ। ਉਸ ਤੋਂ ਬਾਅਦ ਕਿਤਾਬ ਸੀ ਛੋਟੀ ਜੀ 12 ਮਾਹ, ਉਹ ਲਿਖੇ ਸੀ। 4 ਕਿਤਾਬਾਂ ਮੇਰੀਆਂ ਛਾਇਆ ਹੋਈਆਂ ਸੀ। ਉਸ ਤੋਂ ਬਾਅਦ ਫਿਲਮਾਂ ਵੱਲ ਜ਼ਿਆਦਾ ਗੁਲੂਕਾਰ ਪਿੱਛੇ ਪੈ ਗਿਆ ਜੀ, ਗਾਣਾ ਲਿਖ ਦਿਓ ਜੀ ਤੁਸੀਂ, ਆਰਿਫ ਲੋਹਾਨ ਨੂੰ ਲਿਖ ਦਿੱਤਾ, ਸਾਨੂੰ ਵੀ। ਅਕਰਮ ਰਾਈ ਦਾ ਬੜਾ ਨਾਂ ਸੀ, ਉਹਨੇ ਫਿਰ ਮੇਰੇ ਕੋਲ ਕਲਾਮ ਲਿਆ। ਰਹਿਮਤ ਗ੍ਰਾਮੋਫੋਨ ਏਜੰਸੀ ਹੈ ਜੀ ਫੈਸਲਾਬਾਦ 'ਚ, ਬੜੀ ਮਸ਼ਹੂਰ ਸੀ। ਉਸ ਵੇਲੇ ਮੈਂ ਲਿਖਿਆ ਸੀ ਕਿ ਛੱਡ ਜਦੋਂ ਦਾ ਯਾਰ ਗਿਆ ਏ, ਜਿਉਂਦੀ ਜਾਨੇ ਮਾਰ ਗਿਆ ਏ। ਤੇ ਉਹਦਾ ਮਕਤਾ ਸੀ ਕਿ ਕਿਉਂਕਿ ਗਾਣਾ ਬਹੁਤ ਲੰਬਾ ਹੁੰਦਾ ਹੈ, ਟਾਈਮ ਦੀ ਕਿੱਲਤ ਦੀ ਵਜ੍ਹਾ ਤੋਂ ਮੈਂ ਮਕਤਾ ਕਹਾਂਗਾ ਕਿ ਜਿਹੜਾ ਆਖਰੀ ਬੋਲ ਹੁੰਦਾ ਉਹਨੂੰ ਸੀ ਮਕਤਾ ਆਖਦੇ ਆ। ਕਿ ਉਹ ਸੀ ਕਿ ਮੈਂ ਤੇ ਸੀਨਾ ਚੀਰ ਵਿਖਾਇਆ, ਮੈਂ ਤੇ ਸੀਨਾ ਚੀਰ ਵਿਖਾਇਆ, ਫਿਰ ਕਿਉਂ ਯੂਸਫ ਯਾਰ ਗਿਆ ਏ, ਪੀਰ ਹਿਜਰ ਦੇ ਮਾਰ ਗਿਆ ਏ। ਉਸ ਤੋਂ ਬਾਅਦ ਅੱਲਾ ਦਿੱਤਾ ਲੂਣਿਆਂ ਵਾਲਾ, ਸ਼ਫੀ ਵੱਤਾ ਖੇਲਵੀ, ਰਿਆਜ਼ ਗੁੱਜਰ, ਆਪਣਾ ਨਸੀਬੋ, ਨੂਰਾਂ ਲਾਲ ਨੇ ਅੱਜ ਕੱਲ 2-3 ਗਾਣੇ ਹੁਣ ਗਾਏ ਫਿਲਮ ਇਸ਼ਕ ਬਦਮਾਸ਼ ਦੇ ਵਿੱਚ, ਉਹ ਬੜੇ ਮਸ਼ਹੂਰ ਹੋਏ ਨੇ। ਇੱਕ ਹੋਰ ਫਿਲਮ ਬਣ ਰਹੀ ਹੈ ਇਸ਼ਕ ਜ਼ਿੰਦਾਬਾਦ, ਉਹਦਾ ਗਾਣਾ ਸ਼ੌਕਤ ਅਲੀ ਦੇ ਮੁੰਡੇ ਨੇ ਗਾਇਆ, ਕਮਾਲ ਗਾ ਦਿੱਤਾ, ਉਹ ਪਿਕਚਰਾਈਜ਼ ਵੀ ਹੋ ਗਿਆ। ਇਸ਼ਕ ਨਚਾਵੇ ਗਲੀ ਗਲੀ ਦੀ ਉਹਨਾਂ ਨੇ ਨਕਲ ਕੀਤੀ ਹੈ। ਤੇ ਮੈਨੂੰ ਉਹਨਾਂ ਨੇ ਬੜਾ ਤਾਰਫ ਕਰਾਇਆ ਜੀ, ਯੂਸਫ ਯਾਰ ਸਾਹਿਬ ਨੇ, ਜਿੰਨਾ ਉਹ ਲਿਖਿਆ ਜੀ ਤੇਰੇ ਇਸ਼ਕ ਦੀਵਾਨਾ ਕਰ ਛੱਡਿਆ। ਉਸੇ ਤਰ੍ਹਾਂ ਹੀ ਉਹ ਨੱਚਦਾ ਹੈ ਦੀਵਾਨਾ, ਉਹ ਹੱਥ 'ਚ ਕਾਸਾ ਫੜਿਆ। ਤੇ ਬੜਾ ਅੱਲਾਹ ਤਾਲਾ ਦਾ ਅਹਿਸਾਨ ਹੈ ਜੀ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇਸ ਕਾਬਲ ਸਮਝਿਆ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਅਸੀਂ ਤੁਹਾਡੇ ਖਿਦਮਤ 'ਚ ਹਾਜ਼ਰ ਹੋਇਆ। ਅੱਛਾ ਇਰਫਾਨ ਸਾਹਿਬ, ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜੀ ਨਾਤਾਂ ਪੜ੍ਹਦੇ ਹੋ जी ਉਹ ਤੁਸੀਂ ਉਰਦੂ 'ਚ ਪੜ੍ਹ ਰਹੇ ਹੋ ਜਾਂ ਪੰਜਾਬੀ 'ਚ? जी सर, जैसे कि मुझे वाला साहब ने आपको बताया कि हर एक इंसान की एक ख्वाहिश होती है, कि विश होती है, कि चाहत होती है कि मेरी औलाद नेक हो, लायक हो। मैं मेरी पैदाइश से पहले की बातें मुझे वाला साहब बताते होते अक्सर कि मेरी चाहत थी अल्लाह मुझे बेटा दे ना। अल्हम्दुलिल्लाह हम 5 बहन भाई हैं और सबसे बड़े भाई हैं 3 बेटियां वाला साहब की ना, बहनें मेरी। फिर जब मैं होने वाला था, वाला साहब ने कहा कि अल्लाह मुझे बेटा अता करना, मैं उसको सना खान बनाऊंगा। क्या बात। तो अल्लाह ताला ने फिर वो इनकी जो नेक थी, विश थी, दुआ थी, वो पूरी कर दी अल्हम्दुलिल्लाह। तो शुरू से ना मुझे इस चीज़ में लगाव था कि सरकार का जो सना खान है ना, अक्सर ये मैं अक्सर ही दुआ करता हूँ कि जब क़यामत वाले दिन एक लंबी फहरिस्त हो ना सना खानों की, चाहे उसमें आखिरी नंबर ही क्यों ना हो, तो उसमें होना चाहिए। बड़े नसीब की तो बात। अल्हम्दुलिल्लाह ये मेरे पाक परवरदिगार की बड़ी खास कर नवाजी है। जिंदगी के किसी मैदान में ना मैंने कभी मार नहीं खाई। इसके पीछे एक बहुत बड़ा राज है, वो मैं आज बता के जाऊंगा ताकि शायद कि तेरे दिल में उतर जाए मेरी बात। तो आज मैं वो बात बता के जाऊंगा। तो वालिदैन ने तरबियत बहुत अच्छी की अल्हम्दुलिल्लाह। हमें पढ़ाया लिखाया, गांव से, जैसे बता चुके हैं कि गांव से उठ के शहर में लेकर आए। एक मकसद इंसान का सिर्फ शौक ही नहीं होता कि वो अपने शौक पूरे करे, थिएटर्स में जाए, या आगे बच्चों की परवरिश का भी होता है। तो वालिद साहब ने अल्हम्दुलिल्लाह बड़ी मेहनत की है, बड़ा अच्छे तरीके से हमें पढ़ाया लिखाया, तरबियत की है सब बहन भाइयों की। तो वक्त के साथ साथ टाइम गुजरता गया अल्हम्दुलिल्लाह, और हम कामयाबी की तरफ रवां दवां
بالکل ایک بتا چکے ہیں 0 لیول سے سٹارٹ کیا اور آج الحمدللہ اللہ پاک کی اتنی کرم نوازی ہے کہ کسی میدان میں ہار نہیں ہے. تو آج میں جاب کر رہا ہوں ریسکیو 1112. سب سے پہلی یہ ہے کہ الحمدللہ اللہ پاک نے سجدے کی توفیق دی. تو اس کے بعد حضور کا ثنا خوان بنایا. اس کے بعد اتنی اچھی مجھے جاب دے دی. اس کے بعد میرا اپنا اسٹوڈیو ہے ریکارڈنگ الحمدللہ, اور میں جسٹ اسلامک ناز سے ریکارڈ کرتا ہوں, کوئی سانگ ریکارڈ نہیں کرتا, حتیٰ کہ ایک فیمیل کی آواز بھی میں ریکارڈ نہیں کرتا اپنے اسٹوڈیو میں الحمدللہ. تو یہ خاص کرم نوازی اللہ پاک کی. کس عمر سے آپ نعتیں پڑھ رہے ہیں؟ سر میں نے آنکھ کھولی تھی تو بتا رہے ہیں آپ کے والد صاحب کہ ان کو شوق تھا یہ تھیٹرز کا, لیکن کچھ میرے والدہ کی طرف سے مجھے یہ انہوں نے سمجھایا بیٹا کہ آپ نے گانے نہیں گانے, آپ نے حضور کی ثنا خوانی ہی کرنی ہے. تو میں نے ان سے عہد کر لیا کہ جب تک میں زندہ ہوں نا, میرا آواز ہے, میرا سانس چل رہا ہے, میں حضور کی ثنا خوانی کروں گا اور گانے کے نزدیک بھی نہیں جاؤں گا. تو آپ کوئی نعت ہمیں سنائیں اس پہ. جی ضرور انشاءاللہ تعالیٰ. اس سے پہلے میں ایک پیغام دینا چاہ رہا ہوں کہ یہ میری کامیابی کو راز کیا ہے کہ کسی میدان میں مجھے ہار نہیں ہے. وہ یہ ہے کہ میں اپنے جو میرے والدین ہیں نا, ان کی خدمت کرنی چاہیے. سب کو یہ میں پیغام دے رہا ہوں کہ یہاں تک کہ ڈیلی بیس پہ میں الحمدللہ جو میرا وظیفہ ہے کہ میں ان کے پاؤں چومتا ہوں, ان کی جو تلیاں ہیں نا وہ چاٹتا ہوں الحمدللہ. شاید اسی وجہ سے مجھ پہ اتنی کرم نوازی ہیں. والد صاحب نے شاید بتایا نہیں آپ کو کہ جب یہ گلوکار تھے نا, اتنے بڑے بڑے بال تھے, عارف الوار کے لیول کی سارا سسٹم تھا جب, تو دادا ابو نے کہا بیٹا یہ تیرے مجھے بال اچھے نہیں لگ رہے نا. تو والد صاحب نے کہا اچھا جی. فوری گیا حمام میں, تو اس سے بولا کہ آپ میرا نا بال کاٹ دو, میری ٹنڈ کر دو نا, بالکل 0 کٹنگ. ہاں میں نے ٹینڈ کروا دی. تو پھر وہ کیا ہوا کہ اس نے کہا, روکا کہ نہیں آپ اتنے اچھے گلوکار ہیں, آپ اتنا اچھا گاتے ہیں, آپ ایک لیول ہے, آپ یہ کیا کر رہے ہیں آپ. ابو نے کہا کہ میرے ابو نے کہہ دیا تو بس کہہ دیا ہے. تو ابو نے ٹنڈ کروا کے گھر آئے تو جو سر ہے نا وہ دادا ابو کی جو گود ہے وہاں پہ رکھ دیا. تو وہ بہت نا غصہ ہو کہ یہ تو نے کیا کر دیا, پنجابی جو ہے تو کی کا چھڑیا, میں تو تنوں آ کے نکے نکے کرا تو بالکل ٹنڈ کرائے ہیں. ابو نے کہا کہ نہیں, جب آپ کا حکم آیا تو پھر میں یہ کچھ بھی یہ کیا چیز ہے. پھر ایسا کرنا ہوا کہ 2005 میں عمرے کا ٹکٹ نکلا والد صاحب کا. تو جب وہاں پہ جا کے ٹنڈ ہوئی نا, وہاں پہ پھر اللہ تعالیٰ نے یہ خیال ابو کے مائنڈ میں لے کر آئے کہ یہ دیکھو آج وہ وقت ہے کہ تم نے اپنے باپ کی بات مانی تھی اور وہ ٹنڈ کروائی تھی, بال کٹوائے تھے سارے بڑے بڑے, آج یہ مقام ہے کہ تو میرے گھر میں موجود ہے. تو یہ میں سب کو پیغام دوں گا کہ اپنے پیرنٹس کی خدمت لازمی کریں, ان کا خیال رکھیں, تو ان کی جو ہے نا ضروریات کا خیال رکھیں, قدر کریں ان کی. تو الحمدللہ اتنی اچھی مجھے جاب دے دی اللہ پاک نے کہ ہم لوگوں کو سرو کرتے ہیں, لوگوں کو کی خدمت کرتے ہیں, اس کنڈیشن میں لوگوں کو اٹھاتے ہیں جب کوئی بھی کسی کے نزدیک نہیں آ رہا ہوتا. تو یہ میری بڑی ہی دل کی خواہش تھی کہ مجھے اللہ پاک یہ جاب دے, اور سرکار کے ثنا خوانی دے دی مجھے اللہ پاک نے الحمدللہ. تو میں اس کے ایک نعت کے 2 شعر سناؤں گا انشاءاللہ تعالیٰ آپ کو. ابھی سماعت کیجیے. رحمت دو جہاں حامی بے کساں, رحمت دو جہاں حامی بے کساں, شافع امتاں وہ کہاں میں کہاں, سرور سروراں رہبر رہبراں, تاجدار شاہاں وہ کہاں میں کہاں, رحمت دو جہاں حامی بے کساں. اور مکتا ہے بہت پیارا.
किस तरह से कहाँ से करूं इब्तदा, उनके औसाफ की है कहाँ इंतहा। सुभान अल्लाह, सुभान अल्लाह। किस तरह से कहाँ से करूं इब्तदा, उनके औसाफ की है कहाँ इंतहा, कि उनका रुतबा है क्या खुद ही जाने खुदा। सुभान अल्लाह, सुभान अल्लाह। क्या करूं मैं बयां वो कहाँ मैं कहाँ, रहमते दो जहां हामिए बेकसां। नाज़रीन, यहाँ वक्त हुआ एक ब्रेक का। हमारे दोनों मेहमान हमारे साथ मौजूद हैं, इनके साथ गुफ्तगू के सिलसिले को आगे बढ़ाएंगे। हमारे साथ रहिए। वेलकम बैक। अच्छा यूसुफ यार साहब, ये दसो कि तुसी चूंकि शायरी कीती है जी ते मुख्तलिफ अंदाज दी तुसी शायरी कीती है, जी जी ते ये दसो कि तुसी दोड़े ते माइये भी लिखे ने, जी, बहुत कलाम भी लिखिया है, जी। अपने नात भी लिखी है, हमद भी लिखी है, जी जी ते फिर तुसी गाने वाली भी टुर पे घरदियां दी मुखालफत दे बावजूद, जी जी, यानी तुहाड़ा जेहड़ा शौक सी तुसी वो चाह अपना पूरा कीता है। बिल्कुल कीता जी पूरा। ते दसो की कुछ तुसी लिखिया है ते की साडे नाज़रीन वास्ते पेश की करोगे? ਇਹ ਜਿੰਨਾ ਕਰ ਗਿਣਿਆ ਜਾਏ ਨਾ ਤੇ ਗਿਣਿਆ ਨਹੀਂ ਜਾਂਦਾ, ਔਰ ਕੁਝ ਯਾਦ ਹੈ ਕੁਝ ਨਹੀਂ ਯਾਦ, ਕਿਉਂਕਿ ਸਾਨੂੰ 69 ਤੋਂ ਲੱਗ ਕੇ ਹੁਣ ਤੱਕ ਕਾਫੀ ਸਾਲ ਹੋ ਗਏ ਨੇ ਤੇ ਬੇਸ਼ੁਮਾਰ ਗੁਲੂਕਾਰ ਮਿਲੇ ਨੇ, ਬੇਸ਼ੁਮਾਰ ਫਿਲਮਾਂ ਮਿਲੀਆਂ ਨੇ। 3-4 ਫਿਲਮਾਂ ਪਹਿਲੇ ਸਨ। ਆਖਰੀ ਮੁਲਕ ਸੀ, ਕਾਨੂੰਨ ਦਾ ਰਾਖਾ ਸੀ, ਉਹਦੇ 'ਚ ਮੈਂ 2-3 ਗੀਤ ਗਾਏ ਸੀ, ਮੈਨੂੰ ਯਾਦ ਹੀ ਨਹੀਂ ਹੈ। ਤੇ ਕੁਝ ਮੁਸ਼ਾਇਰੇ ਜਿਹੜੇ ਹੁੰਦੇ ਨੇ ਅੱਜ ਕੱਲ ਉਹ ਬੜੇ ਚੱਲ ਰਹੇ ਨੇ, ਉਹਨਾਂ ਵਿੱਚ ਨਕਾਬਤ ਵੀ ਮੈਂ ਹੀ ਕਰਦਾ ਹੁੰਦਾ ਮੁਸ਼ਾਇਰਿਆਂ ਦੀ, ਔਰ ਬੜੇ ਅੱਛੇ ਅੱਛੇ ਨਾਤ ਖਾਨ ਆਉਂਦੇ ਨੇ। ਉਹ ਮੈਨੂੰ ਜਦੋਂ ਕਹਿੰਦੇ ਨੇ ਜੀ ਯੂਸੁਫ ਯਾਰ ਸਾਹਿਬ ਤੁਸੀਂ ਕੋਈ ਤਰਨਮ ਨਾਲ ਸੁਣਾਓ, तो एक छोटा जिहा कलाम है लिखा कि थोड़ा चिर ही हो गया लिखिया कि वो ज्यादा फरमाइश आती है कि वो मैं लिखिया कि एक वंड की है लफ्ज़ां दी, तुसीं जरा गौर करना कि इधर ख्याली इधर जनाजा है, इधर दुल्हन दी शादी है, आशिक दा जनाजा है कि शायर लोग कहते हैं कि जिहड़ी आशिक मरदे नहीं है, उधर मैयत तैयार है, इधर जिहड़ा मशूका है डोली तैयार है। क्या बात है, ओदी वंड कीती जरा गौर करना है। तेरी डोली नू सोहणीए कहार ले चले, बड़े चुकदे न उन्हां कहार आखदे, ठीक है। तेरी डोली नू सोहणीए कहार ले चले, मेरा चुक के जनाजा मेरे यार ले चले नी, तेरी डोली नू सोहणीए कहार ले चले। उधर सूए जोड़े नू तुलाइयां ने कनारियां, उधर सूए जोड़े नू तुलाइयां ने कनारियां, इधर असां मौत दियां कीतियां तैयारियां, मैनू पत्तियां ते तेनू पाके हार ले चले नी, तेरी डोली नू सोहणीए कहार ले चले। तेरे घर खुशियां दे मेले लगे होए ने, मेरे घर मातम जिवें चाह सारे मोए ने, अज वैरी मेरा खो के ते प्यार ले चले नी, तेरी डोली नू सोहणीए कहार ले चले।
ਇਹ ਸ਼ੇਰ ਵੱਲ ਜ਼ਰਾ ਤਵੱਜੋ ਕਰਨੀ, ਫਰਮਾਇਸ਼ ਬੜੀ ਆਂਦੀ, ਕਿਹੜਾ? ਤੈਨੂੰ ਤੇ ਸਹੇਲੀਆਂ ਨੇ ਹੱਸ ਹੱਸ ਟੋਰਿਆ, ਨੀ ਤੈਨੂੰ ਤੇ ਸਹੇਲੀਆਂ ਨੇ ਹੱਸ ਹੱਸ ਟੋਰਿਆ, ਮੈਨੂੰ ਮੇਰੇ ਬੇਲੀਆਂ ਨੇ ਰੋ ਰੋ ਵਿਛੋੜਿਆ, ਨੀ ਤੈਨੂੰ ਘਰ ਵੱਲੇ ਮੈਨੂੰ ਘਰੋਂ ਬਾਹਰ ਲੈ ਚੱਲੇ, ਨੀ ਤੇਰੀ ਡੋਲੀ ਨੂੰ ਸੋਹਣੀਏ ਕਹਾਰ ਲੈ ਚੱਲੇ। तो शेर बहुत ने मकता है कि उन्हें ओदा गिला नहीं कीता मशूक दा। आशिक ने कहंदा तू भी मजबूर गल मेरे भी नहीं वसदी, तू भी मजबूर गल मेरे भी नहीं वसदी, वेख के तमाशा साडा दुनिया पे हसदी, यूसुफ यार कोलू रोंदा ओदा यार ले चले, नी तेरी डोली नू सोहणीए कहार ले चले, मेरा चुक के जनाजा मेरे यार ले चले, नी तेरी डोली नू सोहणीए कहार ले चले। क्या बात है। तो ਇਹ ਚੀਜ਼ ਜਿੱਥੇ ਜਾਈਦਾ ਨਾ ਉਹਨਾਂ ਨੂੰ ਪਤਾ ਹੁੰਦਾ ਸ਼ਾਇਰਾਂ ਨੂੰ ਕਿ ਯੂਸੁਫ ਯਾਰ ਕੋਲ ਤਰਨਮ ਨਾਲ ਸੁਣਨਾ ਹੈ। ਉਹ ਅਵਲ ਤਾਂ ਨਕਾਬਤ ਮੇਰੀ ਹੁੰਦੀ, ਜੇ ਨਾ ਹੋਵੇ ਤੇ ਉਹ ਕਹਿ ਦਿੰਦੇ ਜੀ ਸਾਡੇ ਕੋਲ ਯੂਸੁਫ ਯਾਰ ਸਾਹਿਬ ਆਏ ਜਿਨ੍ਹਾਂ ਕੋਲ ਤਰਨਮ ਨਾਲ ਸੁਣਾਂਗੇ, ਤੇ ਉਹ ਫਿਰ ਸੁਣਾ ਦੇਈਦਾ ਜੀ। ਅੱਲਾਹ ਤਾਲਾ ਦਾ ਬੜਾ ihsan ਹੈ ਅਲਹਮਦੁਲਿਲਾ। ਅੱਛਾ, ਖਾਨਦਾਨੀ ਮਨਸੂਬਾਬੰਦੀ ਤੇ ਵੀ ਤੁਸੀਂ ਕੋਈ ਮੇਰੇ ਖਿਆਲ ਹੈ ਲਿਖਿਆ ਸੀ ਕੋਈ ਗਾਣਾ ਸ਼ਾਣਾ? ਜੀ ਉਹ ਕਾਫੀ ਸਾਲ ਹੋ ਗਏ, ਉਸ ਵਕਤ ਨਾ बड़ा चल रहा से, आबादी ज्यादा हो गई है, मनसूबा बंदी करो जी, बच्चे दो ही अच्छे, तो मैं लिखिया सी काफी साल हो गए कि चुकिया नहीं जाता और बहुते बच्चों का भार। क्या बात है। ते अपना एक तसलसल मैं बयान किया सी कि मैं होया जदों जवान ते मेरे मापियां कीती सलाह, शेरां वर्गा मुंडा साडा कर दे होए दा विआह, नाले कहंदे सी कुड़ी लियाउणी है नाडू खां दी साली, पढ़ी होई ते रंग दी गोरी, सुरखी कजला होंठ गुलाबी, गल्लां लाल ते नैन शराबी, लौंग सितारियां वाली, बड़ियां खुशियां चावां दे नाल शादी मैं करवाई, अगों सुनो मैं अपने आप ते किवें मुसीबत पाई, मैं अनपढ़ नूं मिल गई यारो सोने वर्गी नार, चुकिया नहीं जांदा हुण बहुते बच्चियां दा भार, पहला फेरा आई बेगम खिड़खिड़ हसन लगी, नवीं दे नौ दिहाड़े लंघे कड़कड़ वसन लगी, घर दा वेख वसेबा मैनू मननी पै गई यार, चुकिया नहीं जांदा हुण बहुते बच्चियां दा भार। असीं मनसूबाबंदी क्लिनिक जाण कोलों शर्माउंदे रहे, एक एक करके पप्पू बेबी साल पसाली आउंदे रहे, हुण इन्हां दे खर्चे मैनू कीता आण बीमार, चुकिया नहीं जांदा हुण बहुते बच्चियां दा भार, 5-6 पुत्तर 6-7 धीआं, साजा माजा, पहला पप्पू, दूजी बेबी, तीजा अच्छू, चौथा जेदी, पंजवां नातू, छेवां कमीरा, 7 पिराई, 8वां लाल मथेला, जिवें किसे दरबार दे उत्ते लगा होया है मेला, 2 बण आटा रोज दा खर्चा, उजड़ गया घर बार, चुकिया नहीं जांदा हुण बहुते बच्चियां दा भार, चुकिया नहीं जांदा हुण बहुते बच्चियां दा भार। क्या बात है। बहुत लंबी चौड़ी दास्तान है जी, कि हुण मैनूं पूरा याद भी नहीं है, थोड़ा लोग ही सुनदे सन कि एक आखे मैनूं जुत्ती लै दे, दूजा आखे झग्गा, तीजा आखे रेडियो लैणा, चौथा मगर लगा, 5वां कलम ते 6वां किताबां, 7वां मंगे कापी, 8वां कहे फुटबॉल लिया दे, 9वां आखे हाकी, ओ दसो जान छुड़ा के किथे जावे यूसुफ यार, चुकिया नहीं जांदा हुण बहुते बच्चियां दा भार। तो उस वक्त मजा बड़ा चलदा सी जी। एक मैं उस वक्त लिखिया सी हुक्का, बड़ा हुक्का नहीं पींदे, मेरा माशाअल्लाह इतना है कि मैनू एक बंदे ने कहा सिगरेट भी, मैं क्या मेरे अब्बा मेरे दादा जी मैं और मेरे बेटे नहीं पींदे, बड़ा अल्लाह ताला दा एहसान है। लेकिन मैं लिखिया सी कि डेरा मेरा हुंदा है उत्थे कि मैं कहा सी हुक्का पी लिओ लोको यार दा, ठीक है, हुक्का पी लिओ लोको यार दा, तुसी अपने ताबेदार दा। सही। हुक्का भी अजीब है नहीं जवाब नड़ी डट्टे दा, चिलम पनाई रोड़ पाया पक्के वट्टे दा, विच पाई कौड़ी वारी उत्ते लाची ते सिपारी, जेड़ा पीवे ओदा सीना ठार दा, हुक्का पी लिओ लोको यार दा।
ਹੁੱਕਾ ਹੈ ਚਮੋੜਾ, ਇਹਦਾ ਨੇਚਾ ਹੈ ਲਾਹੌਰ ਦਾ, ਟੋਪੀ ਗੁਜਰਾਤੀ, ਇਹਦਾ ਪੇਚਾ ਹੈ ਪਿਸ਼ੌਰ ਦਾ, ਬੜੀ ਦੂਰੋਂ ਮੰਗਵਾਇਆ, ਕਾਰੀਗਰਾਂ ਨੇ ਬਣਾਇਆ, ਨਹੀਂ ਇਹ ਘੜਿਆ ਗੁਲਾਮੇ ਕੁਮਿਹਾਰ ਦਾ, ਉਹ ਹੁੱਕਾ ਪੀ ਲਿਓ ਲੋਕੋ ਯਾਰ ਦਾ। ਤੇ ਉਹ ਕਾਫੀ ਸਾਰੇ ਦੋਸਤਾਂ ਦੇ ਨਾਂ ਲੈ ਆਪਣੇ ਜਿਹੜੇ ਦੋਸਤ ਸਨ ਉਹਨਾਂ ਨੂੰ ਖੁਸ਼ ਕਰਨ ਵਾਸਤੇ ਲਿਖਿਆ ਕਿ ਆ ਜਾ ਯਾਰ ਫਤਿਆ, ਬਸ਼ੀਰਿਆ ਤੇ ਰਾਜਿਆ, ਮਾਲਿਆ ਤੇ ਤਾਲਿਆ, ਨਜ਼ੀਰਿਆ ਤੇ ਮਾਜਿਆ, ਅਲੀ ਕਰਮਲੀ ਸਰਦਾਰਿਆ ਤੇ ਗਾਣਿਆ, ਮੱਲਿਆ ਮਥੇਲਿਆ ਓ ਯਾਰਿਆ ਤੇ ਸਾਣਿਆ, ਬਾਤੀ ਨਾਈ ਅਕਰੂ ਕਮੀਰ ਅੱਛੀ ਸ਼ਾਰਿਆ, ਸ਼ੇਰਿਆ ਗੁਲਾਮਿਆ ਅਮੀਰ ਵੱਟੂ ਗਾਰਿਆ, ਜਾਨਿਆ ਯਕੂਬਿਆ ਵਲੈਤ ਪੱਪੂ ਜੂਰਿਆ, ਮਾਮਤਾ ਸਦੀਕਿਆ ਅਨੈਤ ਕੁੱਕੂ ਨੂਰਿਆ, ਆ ਜਾਓ ਤੁਹਾਡੇ ਲਈ ਇਹ ਡੇਰਾ ਮੈਂ ਬਣਾਇਆ ਏ, ਕਿਕਰਾਂ ਦੇ ਸੱਕ ਲੈ ਕੇ ਧੂਆਂ ਮੈਂ ਤੁਖਾਇਆ ਏ, ਚੋਲ ਚੋਲ ਹੁੱਕਾ ਵੇ ਸਾਫ ਪਾਣੀ ਪਾਇਆ ਏ, ਗੁੜ ਤੇ ਤਮਾਕੂ ਲੈ ਕੇ ਸਜਰਾ ਪਖਾਇਆ ਏ, ਪੀ ਗਿਆ ਸੋ ਪੀ ਗਿਆ ਔਰ ਰਹਿ ਗਿਆ ਸੋ ਰਹਿ ਗਿਆ, ਪਿੱਛੇ ਯਾਦ ਕਰੋਗੇ ਕੀ ਯੂਸਫ ਯਾਰ ਕਹਿ ਗਿਆ, ਜਦੋਂ ਟੁਰ ਗਿਆ ਆਵਾਜ਼ਾਂ ਮਾਰਦਾ, ਹੁੱਕਾ ਪੀ ਲਿਓ ਲੋਕੋ ਯਾਰ ਦਾ, ਤੁਸੀਂ ਆਪਣੇ ਥਾਪੇਦਾਰ। क्या बात है, काफी सारे जी मैं कलाम लिख चुका हां जी। अच्छा दसो इलेक्शनां च भी ਤੁਸੀਂ ਕੋਈ ਸ਼ਾਇਰੀ ਸ਼ੁਰੀ ਕੀਤੀ ਹੈ? ਕਿਹੜਾ ਜੀ? ਇਲੈਕਸ਼ਨਾਂ ਦੇ ਵਿੱਚ? ਅਕਸਰ ਇਲੈਕਸ਼ਨਾਂ ਵਿੱਚ ਕੀਤੀ ਸੀ, ਲੇਕਿਨ ਇੱਕ ਬੰਦੇ ਨੇ ਮੈਨੂੰ ਮਾਰ ਦਿੱਤੀ ਸੀ, ਬੜਾ ਕੁਝ ਲਿਖਿਆ ਸੀ, ਵੋਟ ਦਿਓ ਫਲਾਣ ਨੂੰ ਫਲਾਣ ਇਹ ਉਹ, ਜਦੋਂ ਪਾਰਟੀ ਬੇਸ ਕੁਛ ਹੈ ਯਾਦ ਜੀ? ਕੋ ਮੈਂ ਯਾਦ ਇਸ ਕਰਕੇ ਨਹੀਂ ਕੀਤਾ, ਉਹ ਕਿਤਾਬਾਂ ਭਰੀਆਂ ਪਈਆਂ ਨੇ ਤੇ ਉਹ ਮੈਂ ਨਾ ਉਸ ਵਕਤ ਨਾ ਮੁਨਾਸਿਬ ਸਮਝਿਆ ਸੀ ਕਿ ਪਾਰਟੀ ਬਾਜ਼ੀ ਵਿੱਚ ਨੁਕਸਾਨ ਦਾ ਵੀ ਖਤਰਾ ਹੁੰਦਾ ਹੈ, ਇਸ ਕਰਕੇ ਮੈਂ ਕਿਹਾ ਇਹਨਾਂ ਨੇ ਸਾਨੂੰ ਕੀ ਲੈਣਾ ਦੇਣਾ ਹੁੰਦਾ ਹੈ, ਸਿਆਸਤ ਤੋਂ ਹਟ ਕੇ ਰਹਿਣਾ। ਲਿਖਿਆ ਕਾਫੀ ਸੀ, ਦੋਸਤਾਂ ਨੇ ਰਿਕਾਰਡ ਵੀ ਕਾਫੀ ਕੀਤਾ ਹੈ, ਫਲਾਣਾ ਸਾਡਾ ਯਾਰ ਤੇ ਸਾਰਿਆਂ ਨੂੰ ਵੋਟ ਦਿਓ, ਸਭ ਦਾ ਤਾਬੇਦਾਰ ਤੇ ਸਾਰੇ ਨੂੰ ਵੋਟ ਦਿਓ, ਇਸ ਤਰ੍ਹਾਂ ਕਰਕੇ। ਉਹ ਜਿਹੜਾ ਥੋੜੇ ਦੀ ਸੱਟ ਸੀ ਉਹ ਵੀ ਪਾਰਟੀ ਬੇਸ ਤੇ ਸੀ, ਯੂਨੀਅਨ ਜਿਹੜੇ ਲੇਬਰ ਯੂਨੀਅਨ ਦੇ ਇਲੈਕਸ਼ਨ ਹੁੰਦੇ ਸਨ ਉਹਨਾਂ ਦੇ ਬਾਰੇ ਯੂਨੀਅਨ ਹੁੰਦੇ ਸੀ, ਬੜਾ ਵਿਕਿਆ ਸੀ ਕਿੱਸਾ ਉਸ ਵੇਲੇ। ਤੇ ਉਸੇ ਤਰ੍ਹਾਂ ਲਿਖਦੇ ਹੁਣ ਕਾਫੀ ਕੈਸਟ ਦਾ ਦੌਰ ਸੀ, ਅਗਰ ਕਿਸੇ ਕੈਸਟ ਵਿੱਚ 8 ਗਾਣੇ ਨੇ ਨਾ ਤੇ 3-4 ਲਾਜ਼ਮੀ ਤੋੜੇ ਹੁੰਦੇ ਸਨ ਜੀ। ਔਰ ਮੇਰੇ ਆਪਣੇ ਵੀ ਐਜ਼ ਅ ਸਿੰਗਰ 3-4 ਮਾਰਕੀਟ ਚ ਮੇਰੇ ਨੰਬਰ ਆਏ ਸੀ, ਤੇ ਉਹਨਾਂ ਨੂੰ ਮੈਂ ਅੱਜ ਕੱਲ ਕਨਵਰਟ ਕਰ ਲਿਆ ਨੈਟ ਤੇ ਅੱਜ ਕੱਲ ਨਾਥ ਖਾਨ ਬੜੇ ਆ ਰਹੇ ਜੀ ਬੇਟੇ ਦੇ ਸਟੂਡੀਓ ਤੇ, ਵੱਡਾ ਬੇਟਾ ਮੁਹੰਮਦ ਇਮਰਾਨ ਯੂਸਫ ਇਰਫਾਨ ਦੋਨੋਂ ਨੇ ਆਪਣਾ ਚੈਨਲ ਚਲਾਇਆ ਨਿਊ ਨਾਥ ਦੇ ਨਾਂ ਤੇ, ਬਹੁਤ ਦੂਰੋਂ ਨਾਥ ਖਾਨ ਹੁੰਦੇ। ਉਸ ਵਕਤ ਮੈਂ ਇੱਕ ਪਿਛਲੇ ਦਿਨਾਂ ਚ ਛੋਟਾ ਜਿਹਾ ਬੱਚਾ ਸੀ ਮਹੱਲੇ ਵਿੱਚ ਖੇਡਦਾ ਸੀ ਪਿਆ, ਤੇ ਮੇਰਾ ਬੇਟਾ ਕੈਮਰਾ ਲੈ ਕੇ ਗਿਆ ਤਾਂ ਕਹਿੰਦਾ ਓਏ, ਉਹ ਖੇਡ ਰਹੇ ਸਨ ਬੱਚੇ 4-5 ਆਪਸ ਚ ਸ਼ਰਾਰਤਾਂ ਕਰ ਰਹੇ ਸੀ, ਤਾਂ ਮੇਰਾ ਬੇਟਾ ਕਹਿੰਦਾ ਓਏ ਤੁਹਾਡੇ ਚ ਕੋਈ ਨਾਥ ਪੜ੍ਹਦਾ ਹੈ, ਪੜ੍ਹੋ। नाथ खान वाले नहीं सी आए, तो एक बच्चा आया कैमरे की वॉइस चेक करने के लिए, कैमरे की वॉइस चेक करने वास्ते, और बच्चे ने नाथ पढ़ी तो उन्होंने क्या तेरा ना की, कहता जी मेरा नाम वकार है। उन्हें क्या दूसरे ने क्या मेरे स्टूडियो च आना, मैनू कहता अबू जी इन्हू कोई मां दी शान लिख के दिओ। मैं उन्हें मां दी शान लिख दी कि केड़ी गल्लों रुस गई है, दस माए मेरी है, बोल 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 नहीं तो मिट्टी दी ढेरी है, रोंदा पुत गल नाल ला। और ਉਹਦੇ 5-7 ਬੋਲ ਸਨ। ਉਸ ਮੁੰਡੇ ਨੇ ਕਮਾਲ ਗਾਇਆ, ਕਬਰ ਤੇ ਬਹਿ ਕੇ ਰੋ ਰਿਹਾ, ਲਾਲ ਕੱਪੜੇ ਪਾਏ ਤੇ ਉਹਦੇ ਕੋਲ 2 ਕਰੋੜ ਵਿਊ ਹੋ ਗਏ, 2 ਕਰੋੜ ਨੀਅਰ ਟੂ 2 ਮਿਲੀਅਨ। ਇਸ ਵਕਤ ਉਹਨੇ ਜਨਾਬ ਗੱਡੀ ਲੈ ਲਈਏ ਤੇ ਉਹਨੂੰ ਟਾਈਮ ਨਹੀਂ ਮਿਲ ਰਿਹਾ। ਉਹਦੀ ਮਾਂ ਇੱਕ ਦਿਨ ਸਾਡੇ ਘਰ ਆ ਕੇ ਕਹਿੰਦੇ ਅੱਜ ਸਭ ਨੂੰ ਕੀ ਲਿਖ ਕੇ ਦੇ ਛੱਡਿਆ ਜੇ, ਮੈਂ ਜਿੰਦੀ ਹਾਂ ਤਾਂ ਉਹਦਾ ਇਹ ਹਾਲ ਹੈ, ਅਗਰ ਮੈਂ ਮਰ ਗਈ ਤਾਂ ਕੀ ਕਰੇਗਾ। ਉਸ ਤੋਂ ਬਾਅਦ ਫਿਰ ਕੋਲ ਮਾਂ ਦੀ ਸ਼ਾਨ ਲਿਖੀ ਬੇਟੇ ਨੇ, ਬੜੀ खूबसूरत, ਉਹਦੇ ਕਾਫੀ व्यू आए। कहाँ बनाया स्टूडियो आपने? जी ये चुंगी अमरसदू, अच्छा लाहौर में बता रहे हैं ना, वो उसके माशाल्लाह 15 मिलियन क्रॉस कर रहा है अल्हम्दुलिल्लाह। अच्छा, और बाकी मुझे भी लिख कर दिए उन्होंने काफी कलाम, तो मैं अक्सर कोशिश मेरी यही होती है कि नातिया कलाम और माँ के शान। अच्छा, पंजाबी का कोई कलाम आप हमें सुनाए? जी इंशाल्लाह, वालिद साहब की लिखी नात अभी रिसेंटली मेरी शूट हुई है और मैंने अपलोड किया है। वहनी हलीमा गाई नाल ले आई, सोना माही आमिना बीबी जाया, लाल तेरे घर आया। ये वाला साहब ने उस किस्से को कवर किया कि जब हजूर पाक पैदा हुए थे तो दाइयां आई थी वो बच्चों को लेने, तो वो ना उनकी कोशिश ये होती है कि जो अमीर घरानों के बच्चे हैं ना उनको दूध पिलाकर मुआवजा लेती थी उनको पैसे,
تو کوشش یہ ہوتی ہے کہ امیر سے امیر بچہ لے جائے نا. تو حضرت حلیمہ سعدیہ وہ ان کی ڈاچی بہت کمزور تھی, وہ آہستہ آہستہ چل کے گئی نا, تو ان کے جانے تک وہ سارے جو امیر بچے تھے وہ چلے گئے تھے, جو امیر عورتیں تھے لے کر چلے گئے. اب ان کی باری لیٹ آئی, لیکن ان کو کیا پتا کہ قسمت ان کی جاگی ہے. کیا بات ہے. تو وہ والد صاحب نے کور کیا ہے. تو اس کے دو شعر. وہنی حلیمہ دائی نال لے آئی سونا ماہی, آمینہ بی بی جایا لال تیرے گھر آیا. بہت خوبصورت شعر ہے اس کا. گئیاں ہزارہ مکے شہر چدایا, بچے امیراں دے نال لے آیا. گئیاں ہزارہ مکے شہر چدایا, بچے امیراں دے نال لے آیا. رحمت جھولی پائی نال لے آئی سونا ماہی, آمینہ بی بی جایا لال تیرے گھر آیا. تو انتہائی خوبصورت شعر ہے. عرشی تے فرشی جڑے درد سوالی, تو بھی حلیمہ اتھوں آئی نہیں خالی. عرشی تے فرشی جڑے درد سوالی, تو بھی حلیمہ اتھوں آئی نہیں خالی. عرشی تے فرشی جڑے درد سوالی, تو بھی حلیمہ اتھوں آئی نہیں خالی. رحمت جھولی پائی نال لے آئی سونا ماہی, آمینہ بی بی جایا لال تیرے گھر آیا. اور مکتا انتہائی خوبصورت ہے. یوسف یار اللہ دتیاں مبارکاں, خوش نصیبے کر دی پئیے زیارتاں. یوسف یار اللہ دتیاں مبارکاں, خوش نصیبے کر دی پئیے زیارتاں. کیویں بن کے حضور دی مائی نال لے آئی سونا ماہی, آمینہ بی بی جایا لال تیرے گھر آیا. وہنی حلیمہ دائی نال لے آئی سونا ماہی, آمینہ بی بی جایا لال تیرے گھر آیا. بہت خوب. ناظرین یہاں وقت ہوا ایک بریک کا. ہمارے دونوں مہمان یوسف یار صاحب اور محمد عرفان یوسف ہمارے ساتھ موجود ہیں. ہم پروگرام کے سلسلے کو آگے بڑھائیں گے, لیکن ایک بریک کے بعد. ہمارے ساتھ رہیے. ویلکم بیک. اچھا عرفان یوسف صاحب یہ بتائیں کہ آپ نے چونکہ پروگرام کے شروع میں تذکرہ کیا کہ آپ ریسکیو 1122 میں کام کر رہے ہیں, تو کیا آپ کی نیچر آف جاب کیا ہے, کیا سروسز آپ پرووائڈ کرتے ہیں؟ سر میرا ڈیزگنیشن ایمرجنسی میڈیکل ٹیکنیشین, اور الحمدللہ یہ ایک بہت بڑا اعزاز ہے میرے لیے. ہمارے جو ڈائریکٹر جنرل ہیں ڈاکٹر رضوان نصیر صاحب, انہوں نے اس کا آغاز کیا, اور ایک بہت ہی اچھا ادارہ لے کر چلے ہیں. وہ بڑے اچھے طریقے سے, احسن طریقے سے انہوں نے ان کو نبھایا ہے اور نبھا رہے ہیں. اللہ پاک ان کو صحت تندرستی دے, ہم بھی دعا کرتے ہیں. تو بہت اچھا ہمارے لیے سوچا اور عوام کے لیے سوچا انہوں نے کہ اس کنڈیشن میں ہم عوام کی مدد کرتے ہیں, اللہ کی جو مخلوق ہے اس کی خدمت کرتے ہیں, کہ جب انسان دوسرے انسان سے دور بھاگتا ہے کہ یار مجھ پہ, جب ریسکیو 1122 نہیں تھی
تو تب لوگ کوئی اگر مر رہا ہوتا ہے تو اس کو اٹھاتے بھی نہیں تھے کہ یہ اس کا مجھ پہ نہ پڑ جائے. تو ہم اس کنڈیشن میں پہنچ کر اس کو ریسکیو کرتے ہیں. آپ ان کو فرسٹ ایڈ پرووائڈ کرتے ہیں؟ جی جی. اور اگر مریض زیادہ سیریس ہو تو پھر آپ اس کو ہاسپٹل پہنچاتے ہیں؟ جی جی بالکل. ہماری حد الوسیع یہ کوشش ہوتی ہے کہ لوگوں کو سروائیو کیا جائے زیادہ سے زیادہ، کہ جس کنڈیشن میں بھی ہیں. ہمارا جو یہ ادارہ ہے ڈیولپمنٹ 2 لوگوں کو ہر طرح سے سہولت پرووائڈ کر رہا ہے، چاہے وہ میڈیکل ایمرجنسی ہے، چاہے وہ RT ہے جس کو روڈ ٹریفک ایکسیڈنٹ بھی کہتے ہیں. تو ہر کنڈیشن میں ہم لوگوں کو سروس پرووائڈ کر رہے ہیں الحمدللہ، اور یہ بڑے ہی بخوبی اس کو احسن طریقے سے سر انجام دے رہے ہیں. ٹریننگز آپ کی پھر مستقل چلتی رہتی ہیں؟ جی سر ٹریننگ تو الحمدللہ بہت ہارڈ یہ ہمارا ہوتا ہے سسٹم، تو جس میں ہمیں یہ سکھاتے ہیں کہ بلڈنگ کولیپس ہو جائیں تو آپ نے لوگوں کو کیسے ریسکیو کرنا ہے. بھی جو زلزلہ آیا تھا تو ہماری کافی ٹیم یہاں سے گئی تھی الحمدللہ، لوگوں کو کافی ریسکیو کیا. انٹرنیشنل لیول پہ ہم لوگوں کو بھی سروائیو کر رہے ہیں الحمدللہ، ہماری سروس ہے. اور ابھی آپ کی ٹیم ایک ترکی بھی ہو کے آئی؟ جی جی ترکی سے ہمارے جو DJ صاحب ہیں رضوان نصیر صاحب وہ بھی گئے تھے ساتھ. تو لوگوں کو بلڈنگ کولیپس جو ہو گئی تھی وہاں سے نیچے سے نکالا ہے، بڑے اچھے طریقے سے انہوں نے لوگوں کو ریسکیو کیا الحمدللہ. اور یہ اللہ پاک نے یہ اعزاز ہمیں بخشا ہے کہ ہم لوگوں کو ان کی خدمت کرتے ہیں الحمدللہ. بڑے بڑے سیویئر ایکسیڈنٹ بھی دیکھے ہیں. اور میں لوگوں کو یہ کہتا ہوں کہ ڈیورنگ جو ہے ڈرائیونگ ہے نا، احتیاط بہت بڑی چیز ہے. احتیاط جتنا ہم خود کو محتاط ہو کے گاڑی چلائیں گے، اگر بائک چلا رہے ہیں تو ہیلمٹس وغیرہ اس کو پہن کے اور پراپر ہم اس کو جو احتیاط عرفان اس لیے بھی ضروری ہے کہ ضروری نہیں کہ آپ ہی کی غلطی کی وجہ سے ایکسیڈنٹ ہو، دوسرے کی وجہ سے بھی حادثہ ہو سکتا ہے. یہ جو ہمارے کچھ ماحول ایسا بن چکا کہ جو بچے ہوتے ہیں 18 سال سے کم عمر ان کی ہوتی ہے، ان کو بائک دیتے ہیں، کہتے ہیں مجبوری ہے ہماری. یہ کوئی مجبوری نہیں ہے. بائک دینا بچے کو 18 سال سے کم عمر، یہ ہماری ہی غیر ذمہ داری ہے. ہم ہی اس میں اپنے بچوں کا نقصان کرتے ہیں. ابھی ریسنٹلی میں ایکسیڈنٹ ڈیل کیا، آپ یقین کریں بچے کی عمر ہے تقریباً 13-14 سال اس کی عمر ہے، اور ہونڈا 125 اس کو انہوں نے دیا ہوا ہے، اور وہ اتنی سپیڈ سے بائک چلا رہا ہے کہ ایک بزرگ بیچارہ روڈ کراس کرتے اس سے وہ ہٹ ہوا ہے اور اس کی ایٹ دا اسپاٹ اس کی ڈیتھ ہو گئی. اب اس میں اگر دیکھا جائے نا تو بچے کے پیرنٹس کا بھی قصور ہے. فرسٹ آف آل قصور تو نہیں کیا انہوں نے اجازت کیوں دی ہے؟ بائک دینا یہ غیر ذمہ داری. اور دوسرا یہ بابا جی روڈ کراس کر رہے ہیں، انہوں نے تو کراس کرنا ہے نا، ان کی کیا غلطی ہے؟ بیسک جو چیز ہے نا وہ ہمارے ان کے بچے کے والدین کی غلطی ہے کہ انہوں نے اس کو بائک دی ہے. 18 سال سے کم، اس کا لائسنس بھی نہیں ہے، ID کارڈ بھی نہیں ہے، تو پھر اس کو اس کنڈیشن میں گاڑی چلانا اس کے لیے یہ مناسب نہیں ہے، نامناسب ہے. اچھا یوسف جاٹ صاحب، آپ کا چونکہ شاعری کا پورا زندگی کا ایک ٹینیور ہے، آپ نے کوئی 53-54 سال اسی شعبے میں گزارے ہیں. جی جی بالکل. تو آپ کی جو کتابیں پبلش ہوئی ہیں، جی جی یہ بتائیں چونکہ پنجابی زبان جو ہے وہ نئی نسل میں تو پروان نہیں چڑھ پائی، ہاں، تو آپ کیا اس کا مستقبل کیا دیکھتے ہیں پنجابی زبان کا یا پنجابی شاعری کا؟ اس ਦੇ ਵਿੱਚ ਇਹ ਕਿ ਕੁਝ ਲੋਕ ਜਿਹੜੇ ਹਨ ਨਾ, ਸਾਡਾ ਜ਼ਿਆਦਾ ਰੁਝਾਨ ਹੈ ਜਦੋਂ ਅਸੀਂ ਕਿਸੇ ਮੁਸ਼ਾਇਰੇ 'ਚ ਬੈਠੇ ਹੁੰਦੇ ਹਾਂ ਤੇ ਬੜੀ जज्बे दे नाल कहंदे जी पंजाबी हमारी पंजाबी जुबान है, मादरी जुबान है, ये बोलनी नहीं चाहिए, ये नो इसको पंजाबी उत्थे गल्लां करदे ने. जदों घर जांदे ने ना तो छोटा बच्चा आंदा है ना, वो शायर दा ही बच्चा आंदा जेड़ा तकरीर करके आंदा ना स्टेज ते कि पंजाबी साडी मादरी जुबान है, इनू भुलना नहीं चाहिदा, है कल्चर है फलां. वो बच्चे नू कहंदा है जाओ मामा को कहना कि पापा पानी मांग रहे हैं. तो इस करके ना अमल नहीं करते. फिर ये जेड़ा अजकल गाने लैन वो भी दोस्त ना सुनन दे काबिल ने. हुण काफी फिल्मां दे गाने लिखे न, जेड़ा बंदा गाना लिख के शायर अपने घर नहीं सुना सकता, अपने भैणा भरावां नाल बैठ के फिल्म नहीं वेख सकदा, उस ना वो फिल्म दा कोई फायदा है? कल्चर पांदा ते ज़ाहिर कोई फायदा नहीं. साडी तरक्की दी या साडे कल्चर दी सब तो मेन जेड़ी है ना रुकावट, और ये जेड़ी इसदी बदनसीबी कह लो या उसदा खत्म होने दा वसीला यही बने ने कि ना शायर अच्छा गाना लिखदा है
ਤੇ ਨਾ ਹੀ ਕੋਈ ਸਟੋਰੀ ਇਸ ਕਿਸਮ ਦੀ ਲਿਖੀ ਜਾਂਦੀ ਹੈ। ਉਹ ਜੀ ਕਿ ਉਸ ਤੇ ਸਾਫ਼ ਸੁਥਰੀ ਫਿਲਮ ਬਣ ਜੀ, ਉਹ ਕਲਾਸ਼ਨਕੋਵ ਚੱਲ ਰਹੀ ਹੈ, ਫੜ ਲਓ ਜੀ ਫੜ ਲਓ। ਤੇ ਇਸ ਕਰਕੇ ਨਾ ਉਹ ਫਿਲਮਾਂ ਹੁੰਦੀਆਂ ਸੀ, ਸਾਰੇ ਫੈਮਿਲੀ ਦੇ ਨਾਲ ਜਾ ਕੇ ਨਾ ਤੇ ਇੰਜੋਏ ਕਰਦੇ ਸੀ, ਬੱਚੇ ਨਾਲ ਹੁੰਦੇ ਸੀ। ਤੇ ਉਸ ਵਕਤ ਬੜਾ ਮਜ਼ਾ ਆਇਆ ਜੀ। ਇਹ ਗਾਣਾ ਆ ਜੀ ਹੁਣ ਹੀਰ ਰਾਂਝਾ ਫਿਲਮ में ਸਾਲਾਂ ਦੇ ਹਿਸਾਬ ਦੇ ਨਾਲ ਚਲੀਆਂ ਸੀ ਪਹਿਲੀਆਂ ਫਿਲਮਾਂ। ਅੱਜ ਕੱਲ ਇੱਕ ਪਹਿਲੀ ਗੱਲ ਤਾਂ ਹੈ ਕਿ ਫਿਲਮ ਇੰਡਸਟਰੀ ਦੀ ਖਤਮ ਹੋਣ ਦੀ ਵਜ੍ਹਾ ਇਹ ਹੈ ਕਿ ਸਿਨੇਮੇ ਢੱਠ ਗਏ, ਮੋਬਾਈਲਾਂ ਵਿੱਚ ਫਿਲਮਾਂ ਆ ਗਈਆਂ, ਕੁਝ ਬੇਹੁਦਗੀ ਆ ਗਈ, ਇਸ ਵਜ੍ਹਾ ਤੋਂ ਇਹ ਕੰਮ ਫੇਲ ਹੋ ਗਿਆ। ਬਾਕੀ ਰਹਿ ਗਿਆ ਪੰਜਾਬੀ ਕਿਤਾਬਾਂ, ਉਹ ਲੋਕੀ ਛਪਾ ਕੇ ਨਾ, ਇੱਕ ਬੰਦੇ ਨੇ ਬੜੀ ਖੂਬਸੂਰਤ ਗੱਲ ਕੀਤੀ ਸੀ, ਉਹ ਕਹਿੰਦਾ ਜੀ ਅੱਜ ਕੱਲ ਨਾਉਜ਼ ਬਿੱਲਾ ਲੋਕੀ ਕੁਰਾਨ ਮਜੀਦ ਘੱਟ ਪੜ੍ਹਦੇ ਨੇ, ਤੁਹਾਡੀਆਂ ਕਿਤਾਬਾਂ ਕੌਣ ਪੜ੍ਹੇਗਾ। ਤੇ ਲੋਕੀ ਪੱਲਿਓਂ ਲਾ ਕੇ ਸ਼ਾਇਰ ਜਿਹੜੇ ਨੇ ਉਹ ਮਿਸਾਲ ਕਿਤਾਬਾਂ ਛਪਵਾ ਰਹੇ ਨੇ ਲੱਖਾਂ ਰੁਪਏ ਦੇ ਹਿਸਾਬ ਨਾਲ ਲਾ ਕੇ, ਫਿਰ ਕੀ ਕਰਦੇ ਨੇ, ਮਾਵੀਆ ਸਾਹਿਬ ਇਹ ਤੁਹਾਨੂੰ ਤੋਹਫਾ ਹੈ ਮੇਰੀ ਤਰਫੋਂ, ਮੁਹੰਮਦ ਇਰਫਾਨ ਯੂਸਫ ਸਾਹਿਬ ਇਹ ਮੇਰੀ ਤਰਫੋਂ ਫੀ ਸਬੀਲਿਲ੍ਲਾਹ ਵੰਡੀਆਂ, ਫੀ ਸਬੀਲਿਲ੍ਲਾਹ ਵੰਡ ਦਿੰਦੇ ਨੇ। ਉਹ ਇੱਕ ਬੰਦੇ ਨੇ ਅਗਲੇ ਦਿਨ ਗੱਲ ਕੀਤੀ, ਮੈਂ ਜ਼ਰਾ ਮੈਨੂੰ ਹੰਸੀ ਵੀ ਆਈ। ਉਹਨੂੰ ਕਹਿੰਦਾ ਜੀ ਇੱਕ ਵਾਰ ਮੈਂ ਸਮਾਨ ਸ਼ਿਫਟ ਕਰਨਾ ਸੀ ਹੋਰ ਮਕਾਨ ਦੇ ਵਿੱਚ ਕਿ 200-300 ਕਿਤਾਬਾਂ ਸਨ ਮੇਰੀਆਂ। ਉਹ ਇੱਕ ਛੋਟਾ ਜਿਹਾ ਟਰੱਕ ਮੈਂ ਮੰਗਵਾਇਆ, ਕਿਤਾਬਾਂ ਮੈਂ ਉਹਦੇ ਜੋੜ ਦਿੱਤੀਆਂ ਤੇ ਲਿਜਾਣੀ ਅਸੀਂ ਦੂਸਰੇ ਮਕਾਨ 'ਚ। ਉਹ ਡਰਾਈਵਰ ਕਹਿੰਦਾ ਹੈ ਭਾਜੀ ਹੋਰ ਸਮਾਨ ਵੀ ਲਿਆਉਣਾ ਕਿ ਰੱਦੀ ਲੈ ਜਾਣੀ ਹੈ। ਤੋ ਇਸ ਕਰਕੇ ਇਹ ਜਿਹੜੀਆਂ ਕਿਤਾਬਾਂ ਅੱਜ ਕੱਲ ਇਸ ਕਰਕੇ ਨਾ ਬੜੇ ਘੱਟ ਛਪਾਉਂਦੇ। ਮੈਂ ਤਾਂ ਉਹ 4 ਕਿਤਾਬਾਂ ਮੈਂ ਡੱਪ ਕਰ ਦਿੱਤਾ। ਉਸ ਤੋਂ ਬਾਅਦ ਮੇਰਾ ਇਹ ਸਿਲਸਿਲਾ ਜ਼ਿਆਦਾ ਪੈਸੇ ਵੱਲ ਵੀ ਗਿਆ। ਮੈਂ ਖੁਦ ਵੀ ਐਜ਼ ਏ ਸਿੰਗਰ ਹਾਂ, ਮੈਂ ਮੇਲੇ ਮੰਡੀਆਂ ਤੇ ਉਹ ਪਹਿਲੇ ਬੱਚੇ ਨੇ ਦੱਸਿਆ ਨਾ ਵਾਲ ਵੱਡੇ ਵੱਡੇ ਰੱਖੇ ਸੀ ਯਾਰ ਫਲੋਰ ਤੇ ਮੈਂ ਇਕੱਠੇ, ਤੇ ਚਿਮਟਾ ਲਾਲ ਕੱਪੜੇ, ਤੇ ਉਸ ਵਕਤ ਮੇਲੇ ਮੰਡੀਆਂ ਤੇ ਜਾਣਾ ਤੇ ਬੱਚਿਆਂ ਦਾ ਰਿਜ਼ਕ ਲੈ ਕੇ ਆਉਂਦੇ ਸਾਂ। ਠੀਕ ਹੈ। ਤੇ ਅੱਜ ਕੱਲ ਮੁਸ਼ਾਇਰੇ ਤੇ ਜਾਈਦਾ ਹੈ, ਵਾਹ ਜੀ ਵਾਹ ਚਾਹ ਪੀ ਰੋਟੀ ਘਰੋਂ ਜਾ ਖਾ। ਤੋ ਇਸ ਕਰਕੇ ਨਾ ਇੱਕ ਉਹ ਕਦਰ ਮੁੱਕਦੀ ਜਾ ਰਹੀ। ਉਹ ਇੱਕ ਬੰਦਾ ਸੀ, ਫਿਰ ਗੱਲ ਮਜ਼ਾਕ ਦੀ ਯਾਦ ਆ ਗਈ। ਉਹ ਕਹਿ ਰਹੇ ਸੀ ਕੋਈ ਸ਼ਾਇਰ ਸੀ, ਰੋਜ਼ ਮੁਸ਼ਾਇਰੇ ਤੇ ਜਾਂਦਾ ਸੀ। ਉਹ ਕਹਿੰਦੇ ਯਾਰ ਰੋਜ਼ ਜਾਣਾ ਉੱਥੋਂ ਕੀ ਲੱਭਦਾ ਈ? ਉਹ ਕਹਿੰਦਾ ਬੜੀ ਦਾਦ ਮਿਲਦੀ। ਉਹ ਕਹਿੰਦਾ ਯਾਰ ਮੈਂ ਜੀ ਕਦੇ ਵੇਖਿਆ ਤੂੰ ਘਰ ਵੀ ਲਿਆਂਦੀ ਹੋਵੇ। ਤੋ ਇਸ ਕਰਕੇ ਨਾ ਉਹ ਮਿਸਾਲ ਹੈ ਕਿਸੇ ਬੱਚਿਆਂ ਦੇ ਕੰਮ ਹੈ ਦਾਦ। ਅੱਛਾ ਯੂਸਫ, ਹੁਣ ਤੇ ਤੁਹਾਡੇ ਬੱਚਿਆਂ ਨੇ ਆਪਣਾ ਸਟੂਡੀਓ ਬਣਾ ਲਿਆ, ਜਿਹੜੀ ਤੁਹਾਡੀ ਕਿਤਾਬਾਂ ਨੇ, ਤੁਸੀਂ ਇਹ ਕਿਉਂ ਨਹੀਂ ਕਰਦੇ ਕਿ ਉਹ ਸ਼ਾਇਰੀ ਤੁਸੀਂ ਪੜ੍ਹੀ ਜਾਓ? ਉਹ ਦਰਅਸਲ ਮਜ਼ਾ ਹੈ ਅੱਜ ਕੱਲ ਨਾ ਇਹਨਾਂ ਬੱਚਿਆਂ ਦਾ ਜ਼ਿਆਦਾ। ਪਹਿਲੇ ਉਹ ਬੱਚਾ ਦੱਸ ਰਿਹਾ ਸੀ ਕਿ ਉਹ ਇਸਲਾਮੀ ਚੈਨਲ ਨਾਤ ਸ਼ਰੀਫ ਜਿੰਨੇ ਵੀ ਵੱਡੇ ਵੱਡੇ ਨਾਤ ਖਾਨ ਉੱਥੇ ਆਉਂਦੇ ਨੇ ਤੇ ਆਰਫਾਨਾ ਕਲਾਮ, ਸੂਫੀਆਨਾ ਕਲਾਮ ਉਹ ਰਿਕਾਰਡ ਕਰ ਰਹੇ ਨੇ। ਲੇਕਿਨ ਤੁਸੀਂ ਹੌਲੇ ਹੌਲੇ ਆਪਣਾ कलाम थोड़ा थोड़ा करके उन्हें रिकॉर्ड कराई जाओ। वाले साहब की पंजाबी जितनी भी शायरी इस्लामिक सूफी टच जितना भी हो गया वो सारे अल्हम्दुलिल्लाह जहाँ पे जो अजीम नात खान है हमारे, जो आजम कादरी, वकार आजम कादरी, इमरान रोज कादरी, जितने भी अजीम नात खान है अल्हम्दुलिल्लाह वो वाले साहब भी शायरी पढ़ रहे हैं। और वो खुद भी कहते हैं, अब मैं इनको कम कहता हूँ कि आप कम लिखा करें, बुजुर्ग हैं, जाहिर सी बात है। तो अल्हम्दुलिल्लाह जितनी भी जो उन्होंने लिख दिया ना जी उसको आप अब वोकल करवाएं, यानी उसको हाँ जी करवा रहे हैं, आवाज की सूरत में जो है। मेरा दिल नहीं करता, कहते हैं ना कि वो पंजाबी दी मिसाल है घर दा पीर होड़ा हुंदा है, लेकिन आप यकीन करें कि मेरे लिए जो सबसे बेहतरीन शायरी है ना वो मेरे वाले साहब की है। सही, माशाअल्लाह। अच्छा यूसुफ, साडे प्रोग्राम दा वेला चूंकि मुकन वाला है, कोई 1-2 मिनट रह गए ने, ते तुसी कोई आखिर च कोई कलाम अगर पढ़ना चाहो, कोई शायरी सुनाना चाहो ते वो साडे नाजरीन वास्ते। ਉਹ ਮੈਂ ਇਹੀ ਕਹਾਂਗਾ ਦੋਸਤਾਂ ਨੂੰ ਕਿ ਇਹ ਜਿਹੜਾ ਹੈ ਨਾ ਦੁਨੀਆਦਾਰੀ, ਇਹ 4 ਦਿਨ ਦਾ ਮੇਲਾ ਹੈ। ਇੱਧਰ ਅਜ਼ਾਨ ਹੁੰਦੀ ਹੈ, ਜਨਾਜ਼ਾ ਗਾਹ ਵਿੱਚ ਜਮਾਤ ਖੜੀ ਹੋ ਜਾਂਦੀ ਹੈ, ਟਾਈਮ ਇਤਨਾ ਹੁੰਦਾ ਹੈ। ਅੱਜ ਕੱਲ ਮੇਰੀ ਡਿਊਟੀ ਲੱਗੀ ਹੈ ਕਿ ਸੁਬਹ ਮੈਂ ਜਾ ਕੇ ਰਮਜ਼ਾਨ ਸ਼ਰੀਫ ਦੀ ਨਾਤ ਪੜ੍ਹਨਾ ਕਿ ਜਾਗੋ ਜਾਗੋ ਸੇਰੀ ਦਾ ਵੇਲਾ ਹੈ, ਵਾਹ ਰਹਿਮਤ ਝੜੀਆਂ ਲਾਈਆਂ ਨੇ, ਰੱਖੋ ਰੋਜ਼ੇ ਵਕਤ ਸਵੇਲਾ ਹੈ, ਬਰਕਤ ਦੀਆਂ ਘੜੀਆਂ ਆਈਆਂ ਨੇ। ਕਿਆ ਬਾਤ ਹੈ। ਕਾਫੀ ਇਹਦੇ ਸ਼ੇਰ ਨੇ। ਉਸ ਤੋਂ ਬਾਅਦ ਫਿਰ ਰਮਜ਼ਾਨ ਇਫਤਾਰੀ ਸੇਰੀ ਦਾ ਟਾਈਮ ਖਤਮ ਹੁੰਦਾ ਹੈ, ਅਜ਼ਾਨ ਹੁੰਦੀ ਹੈ। ਉਸ ਤੋਂ ਬਾਅਦ ਫਿਰ ਮੈਨੂੰ ਮੈਕ ਦੇ ਦਿੰਦੇ ਨੇ ਮਸਜਿਦ ਵਿੱਚ, ਬਕਾਇਦਾ ਅਸੀਂ ਮੈਂ ਮੈਂਬਰ ਹਾਂ ਔਰ ਸਦਾਰਤ ਮੇਰੇ ਕੋਲ ਹੈ ਮਸਜਿਦ ਇੰਤਜ਼ਾਮੀਆ ਦੀ। ਤੇ ਉਸ ਵੇਲੇ ਮੈਂ ਇੱਕ ਨਵਾਂ ਕਲਾਮ ਲਿਖਿਆ ਹੈ ਕਿ पढ़ ले नमाज बंदिया हो गई अजान है, फर्ज नभा ले आखिर छड़ना जहान है। क्या बात। अल्लाह फरमाया तेनू हय्या लस्सला है, दूजी वारी फेर कया हय्या अल फलाह है, बख्शिश तेरी दा रब ने कीता ऐलान है, पढ़ ले नमाज बंदिया हो गई अजान है। दूसरी लाइन है कि अज दी कज़ा होई
ਫੇਰ ਨਹੀਂ ਅਦਾ ਹੋਣੀ, ਅੱਲਾ ਨੂੰ ਪਤਾ ਏ ਇਹਦੀ ਕਿਤਨੀ ਸਜ਼ਾ ਹੋਣੀ, ਗੁਜ਼ਰੀ ਨਹੀਂ ਹੱਥ ਆਉਣੀ, रुकनी नहीं जान है, पढ़ ले नमाज बंदिया हो गई अजान है। तीसरा शेर बड़ा खूबसूरत है कि अल्लाह ताला का फरमान है, लिखा है कि आयते कुल्लु नफ्सिन जायकातुल मौत, रब फरमाया सब ने हो जाना फौत, शहर खामोशा तेरी होनी गुजरान है, पढ़ ले नमाज बंदिया हो गई अजान है। एक बहुत बड़ा वधिया है कि तख्ता ते मंजी, ਉਹ ਜਿਹੜੇ ਮਸਜਿਦ ਦੀ ਕਰਦੇ ਤਖਤਾ ਤੇ ਮੰਜੀ ਆਖਰ ਤੇਰੇ ਕੰਮ ਆਉਣਾ ਏ, ਗੁਸਲ ਤੇ ਕਫਨ ਦੇ ਕੇ ਤੈਨੂੰ ਮੰਜੀ ਉੱਤੇ ਪਾਉਣਾ ਏ, ਆਪਣੇ ਪਰਾਇਆ ਚੁੱਕ ਕੇ ਲਿਜਾਣਾ ਕਬਰਿਸਤਾਨ ਏ, ਪੜ ਲੈ ਨਮਾਜ਼ ਤੋਂ ਮਕਤਾ ਹੈ। ਬੰਦਿਆ ਜਹਾਨ ਉੱਤੇ ਜੋਗੀ ਵਾਲਾ ਫੇਰਾ ਹੈ, ਜੋਗੀ ਵਾਲਾ ਬੰਦਿਆ ਜਹਾਨ ਉੱਤੇ ਜੋਗੀ ਵਾਲਾ ਫੇਰਾ ਏ, ਚਲਦੀ ਸਰਾਂ ਇੱਥੇ ਕਿਸੇ ਦਾ ਨਾ ਡੇਰਾ ਹੈ, ਯੂਸਫ ਯਾਰ ਮਿਟ ਜਾਣਾ ਨਾਮ ਤੇ ਨਿਸ਼ਾਨ ਹੈ, ਪੜ ਲੈ ਨਮਾਜ਼ ਬੰਦਿਆ ਹੋ ਗਈ ਅਜ਼ਾਨ ਹੈ, ਫਰਜ਼ ਨਿਭਾ ਲੈ ਆਖਰ ਛੱਡਣਾ ਜਹਾਨ ਹੈ। ਆਖਰ ਚ ਮੈਂ ਕਹਿੰਦਾ ਹੁੰਦਾ ਕਿ ਐ ਬੰਦੇ ਨਮਾਜ਼ ਪढ़ ले इससे पहले कि तेरी नमाज पढ़ी जाए। बहुत शुक्रिया यूसुफ यार साहब, मोहम्मद इरफान यूसुफ साहब, आपका भी बहुत शुक्रिया हमारे स्टूडियो में तशरीफ लाए। मेहरबानी यूसुफ यार साहब, ਤੁਹਾਡਾ ਫੈਜ਼ ਜਿਹੜਾ ਹੈ ਉਹ ਅੱਗੇ ਟੁਰਨਾ ਚਾਹੀਦਾ ਹੈ, ਤੁਸੀਂ ਆਪਣੀ ਸ਼ਾਇਰੀ ਨੂੰ ਜਿਹੜਾ ਹੈ ਅਗਲੀ ਨਸਲ ਤੱਕ ਮੁੰਤਕਿਲ ਕਰਨ ਦਾ ਦੁਆ ਫਰਮਾਣਾ। ਅੱਲਾਹ ਤਾਲਾ ਮਿਹਰਬਾਨੀ ਫਰਮਾਇਆ ਜੀ, कोशिश कर दी कि अच्छी गल लिखी जाए जी। बहुत खूब, बहुत मेहरबानी, बहुत शुक्रिया। थैंक यू। नाजरीन, आज हमारे साथ मेहमान थे मारूफ पंजाबी शायर यूसुफ यार साहब और उनके बरखुरदार जो मारूफ नातख़्वां हैं मोहम्मद इरफान यूसुफ। तो हमारे प्रोग्राम का वक्त इस वक्त ख़त्म हुआ चाहता है। मुझे उम्मीद है कि आपको हमारे दीगर प्रोग्रामों की तरह आज का ये प्रोग्राम भी बहुत पसंद आया होगा। अपने फीडबैक से आगाह कीजिएगा। अपने मेज़बान मोहम्मद मुआविया को इजाज़त दीजिए। अल्लाह हाफिज़।